ਸਾਰਿਆਂ ਨੂੰ ਰੂਬੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਸੀਂ ਮੇਰੇ ਤੋਂ ਅੱਜ ਇੱਕ ਹੋਰ ਕਹਾਣੀ ਸੁਣੋ ਜਿਸ ਦਾ ਨਾਂ ਹੈ ਪੱਕੀਆਂ ਸਾਂਝਾਂ ਤੇ ਇਸ ਦੇ ਲੇਖਕ ਹਨ ਹਰਪ੍ਰੀਤ ਸਿੰਘ ਜਵੰਦਾ। ਮੈਂ ਉਦੋਂ 6ਵੀਂ ਵਿੱਚ ਪੜ੍ਹਦੀ ਹੋਵਾਂਗੀ ਜਦੋਂ ਮਾਂ ਇੰਜ ਹੋ ਗਈ ਸੀ। ਪੇਕੇ ਜਾਂਦੀ ਦੀ ਬੱਸ ਨਹਿਰ ਵਿੱਚ ਜਾ ਪਈ ਸੀ। ਮੁੜ ਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ। ਨਵੀਂ ਲਿਆਂਦੀ ਉਮਰ ਦੀ ਬਹੁਤ ਛੋਟੀ ਸੀ, ਮਸਾਂ 20 ਦੀ। ਡੈਡ 35 ਕੁ ਵਰ੍ਹਿਆਂ ਦਾ ਹੋਵੇਗਾ। ਉਹ ਇੱਥੇ ਦੂਜੇ ਥਾਂ ਹੀ ਆਈ ਸੀ। ਪਹਿਲੇ ਵਾਲਾ ਵਿਆਹ ਤੋਂ ਮਸੀਂ 6 ਮਹੀਨੇ ਬਾਅਦ ਹੀ ਪੁਲਿਸ ਨੇ ਚੁੱਕ ਲਿਆ ਤੇ ਗਾਇਬ ਕਰ ਦਿੱਤਾ। ਲੋਕਾਂ ਬੜਾ ਡਰਾਇਆ, ਪਰ ਉਹ ਸੁਭਾਅ ਦੀ ਬੜੀ ਚੰਗੀ ਨਿਕਲੀ। ਪਰ ਮਗਰੋਂ ਛੇਤੀ ਹੀ ਘਰੇ ਕਲੇਸ਼ ਜਿਹਾ ਰਹਿਣ ਲੱਗ ਗਿਆ। ਡੈਡੀ ਉਸ 'ਤੇ ਸ਼ੱਕ ਕਰਿਆ ਕਰਦਾ। ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸ ਦੇ ਹਾਣੀ ਸਨ। ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿਕਲਦੀ। ਡੈਡ ਨੇ ਮਨਾ ਕੀਤਾ ਸੀ। ਉਹ ਕਦੇ-ਕਦੇ ਪੈਲੀਆਂ 'ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫਿਰ ਸਾਰੇ ਅੰਦਰ ਫਰੋਲਦਾ। ਉਹ ਓਨੀ ਦੇਰ ਮੁਲਜ਼ਮਾਂ ਵਾਂਗ ਖੂੰਜੇ ਲੱਗੀ ਰਹਿੰਦੀ। ਮੈਂ 10ਵੀਂ ਵਿੱਚ ਹੋਈ ਤਾਂ ਲੜਾਈ ਝਗੜਾ ਹੋਰ ਵੱਧ ਗਿਆ। ਡੈਡੀ ਆਖਿਆ ਕਰਦਾ, ਇਸ 'ਤੇ ਨਜ਼ਰ ਰੱਖਿਆ ਕਰ। ਉਸ ਨੂੰ ਪੇਕੇ ਵੀ ਘੱਟ ਵੱਧ ਹੀ ਜਾਣ ਦਿਆ ਕਰਦਾ। ਮੈਨੂੰ ਕਈ ਵਾਰ ਖੂੰਜੇ ਲੱਗ ਕੇ ਰੋਂਦੀ ਹੋਈ ਤੇ ਬੜਾ ਤਰਸ ਆਉਂਦਾ। ਡੈਡੀ ਅਕਸਰ ਹੀ ਆਪਣੀ ਦਾੜੀ ਰੰਗਿਆ ਕਰਦਾ, ਪਰ ਉਸ ਨੂੰ ਮੂੰਹ 'ਤੇ ਕੁਝ ਵੀ ਨਾ ਲਾਉਣ ਦਿੰਦਾ। ਆਖਦਾ, ਤੂੰ ਹਾਰ ਸ਼ਿੰਗਾਰ ਕਿਹਨੂੰ ਦਿਖਾਉਣੇ ਆ? ਉਸ ਨੇ ਪਤਾ ਨਹੀਂ ਆਪਣੇ ਪੇਟੋਂ ਖੁਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾਂ ਫਿਰ ਡੈਡੀ ਨੇ ਨਹੀਂ ਸੀ ਜੰਮਣ ਦਿੱਤਾ। ਫਿਰ ਵੀ ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੇ ਵੀ ਬੇਗਾਨਾ ਨਾ ਸਮਝਦੀ। ਕਦੇ ਮੇਰੀ ਪਹਿਲੀ ਮਾਂ ਦਾ ਜ਼ਿਕਰ ਛਿੜ ਜਾਂਦਾ ਤਾਂ ਉਹ ਵੀ ਕਦੇ ਨੱਕ ਬੁੱਲ ਨਾ ਵੱਟਿਆ ਕਰਦੀ। ਉਸ ਦੇ ਪੇਕਿਆਂ 'ਚੋਂ ਜਦੋਂ ਵੀ ਕੋਈ ਸਾਡੇ ਘਰ ਆਉਂਦਾ ਤਾਂ ਸਾਨੂੰ ਅਸਲੀ ਦੋਤੇ ਦੋਤੀ ਵਾਲਾ ਪਿਆਰ ਮਿਲਦਾ। ਅਖੀਰ ਹੌਲੀ-ਹੌਲੀ ਮੈਂ ਦੋਹਾਂ ਦੇ ਝਗੜੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ। ਮੈਂ ਅਕਸਰ ਹੀ ਉਸ ਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ੍ਹ ਜਾਂਦਾ। ਆਖਦਾ, ਤੈਨੂੰ ਅਸਲੀਅਤ ਦਾ ਨਹੀਂ ਪਤਾ, ਤੂੰ ਨਿਆਣੀ ਏ। ਮੈਂ ਆਖਦੀ ਕਿ ਕਾਲਜ ਪੜ੍ਹਦੀ ਹਾਂ, ਮੈਨੂੰ ਚੰਗੇ ਬੁਰੇ ਸਭ ਕੁਝ ਦੀ ਸਮਝ ਏ। ਫਿਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ। ਮੈਨੂੰ ਇੰਜ ਲੱਗਦਾ ਉਹ ਜਜ਼ਬਾਤੀ ਘਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੈ। ਹੌਲੀ-ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਹ ਇੰਜ ਕਰਨੋਂ ਮੋੜਦੀ, ਪਰ ਉਹ ਅੱਗਿਓਂ ਗੱਲ ਹੋਰ ਪਾਸੇ ਨੂੰ ਤੋਰ ਲਿਆ ਕਰਦਾ। ਅਖੀਰ ਸ਼ੱਕ ਇੰਨਾ ਵੱਧ ਗਿਆ ਕਿ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜਨ ਆਇਆ ਗੁਆਂਢੀਆਂ ਦਾ ਸੀਰੀ ਕੁੱਟ ਦਿੱਤਾ। ਮਾਤਾ ਉਚੇਚਾ ਲਾਮਾ ਦੇਣ ਆਈ ਕਿ ਰੇਸ਼ਮ ਸਿਆਂ ਕਮਲਾ ਹੋ ਗਿਆ ਏ ਤੂੰ, ਮੱਤ ਮਾਰੀ ਗਈ ਹੈ ਤੇਰੀ। ਅਖੀਰ ਇੱਕ ਦਿਨ ਉਸ ਦੀ ਵੱਖੀ ਵਿੱਚ ਪੀੜ ਉੱਠੀ। ਸ਼ਹਿਰ ਲੈ ਗਏ। ਡਾਕਟਰਾਂ ਦੱਸਿਆ ਕਿ ਲੀਵਰ ਖਰਾਬ ਹੋ ਗਿਆ ਏ। ਲਾ ਇਲਾਜ ਬਿਮਾਰੀ ਕਰਕੇ ਮਸੀਂ ਮਹੀਨਾ ਹੀ ਕੱਢਿਆ ਤੇ ਫਿਰ ਉਹੀ ਹੋਇਆ ਜਿਸ ਦਾ ਡਰ ਸੀ। ਹੁਣ ਮੈਂ ਤੇ ਮੇਰੀ ਮਾਂ ਕੱਲੀਆਂ ਰਹਿ ਗਈਆਂ। ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ। ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ। ਹਮੇਸ਼ਾ ਕੰਨ 'ਚ ਪਾਉਂਦੀ ਰਹਿੰਦੀ ਕਿ ਇਹਨਾਂ ਸਾਰੀ ਜ਼ਮੀਨ ਆਪਣੇ ਪੇਕੇ ਲੈ ਜਾਣੀ ਹੈ ਤੇ ਤੁਹਾਨੂੰ ਭੁੱਖਿਆਂ ਮਾਰ ਦੇਣਾ ਹੈ। ਪਰ ਮੈਂ ਉਸ ਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ। ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ
ਤਾਂ ਕਿੰਨੇ ਸਾਰੇ ਰਿਸ਼ਤੇ ਆਏ। ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ। ਮੇਰੀ ਮਾਮੀ ਦਾ ਭਤੀਜਾ, ਕੱਲਾ ਕੱਲਾ, ਕਿੰਨੀ ਸਾਰੀ ਜਾਇਦਾਦ ਸੀ, ਸ਼ੈਲਰ, ਆੜਤ, ਜ਼ਮੀਨ ਤੇ ਹੋਰ ਵੀ ਬਹੁਤ ਕੁਝ। ਪਰ ਉਮਰੋਂ ਮੇਰੇ ਤੋਂ ਕਿੰਨਾ ਵੱਡਾ। ਮੇਰੀ ਦੂਜੀ ਮਾਂ ਅੜ ਗਈ, ਅਖੇ ਮੇਰੀ ਧੀ ਨਾਲੋਂ 10 ਸਾਲ ਵੱਡਾ ਏ, ਮੈਂ ਨਹੀਂ ਹੋਣ ਦੇਣਾ। ਆਖਣ ਲੱਗੀ, ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ 'ਤੇ ਸਹਿੰਦੀ ਰਹੀ, ਮੇਰੀ ਧੀ ਵੀ ਸਹੇ। ਫਿਰ ਮੈਂ ਜਦੋਂ ਝੱਕਦੀ ਹੋਈ ਨੇ ਆਪਣੀ ਪਸੰਦ ਵੱਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਭਾਉਣ ਵਿੱਚ ਮੇਰੀ ਪੂਰੀ ਮਦਦ ਕੀਤੀ। ਹੁਣ ਇਹ ਰਿਸ਼ਤਾ ਮਾਂ ਧੀ ਨਾਲੋਂ 2 ਸਹੇਲੀਆਂ, ਵੱਡੀ ਨਿੱਕੀ ਭੈਣ ਦਾ ਜ਼ਿਆਦਾ ਲੱਗਾ। ਸੋ ਦੋਸਤੋ, ਇਸ ਦੁਨੀਆ ਵਿੱਚ ਤਿੜਕੇ ਘੜੇ ਵਾਂਗ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੇਕਿਆਂ ਨਾਲੋਂ ਵੀ ਕਿਤੇ ਵੱਧ ਮਜ਼ਬੂਤ ਸਾਬਤ ਸਿੱਧ ਹੁੰਦੇ ਨੇ। ਇੰਜ ਦੀਆਂ ਪੱਕੀਆਂ ਸਾਂਝਾਂ ਸੱਚੇ ਰੱਬ ਵੱਲੋਂ ਉਚੇਚੇ ਤੌਰ 'ਤੇ ਘੜੀਆਂ ਹੁੰਦੀਆਂ ਨੇ, ਸਿਰਫ ਤੇ ਸਿਰਫ ਉਹਨਾਂ ਮਿੱਤਰ ਪਿਆਰਿਆਂ ਲਈ ਜਿਹੜੇ ਨਫੇ ਨੁਕਸਾਨ ਦੀ ਪਰਵਾਹ ਕੀਤੇ ਬਗੈਰ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ। ਧੰਨਵਾਦ।